ਕਾਂਗਰਸ ਦੇ ਵਿਧਾਇਕ ਤੇ सांसद ਲਗਾਤਾਰ ਧਰਨੇ ਤੇ ਬੈਠੇ ਹੋਏ ਨੇ ਤੇ ਵੱਡੀ ਗੱਲ ਇਹ ਹੈ ਕਿ ਕਾਂਗਰਸ ਦੇ ਵਿਧਾਇਕ ਕੁਲਬੀਰ ਜੀਰਾ ਹੋਣੀ ਜਿਹੜੇ ਨੇ ਉਹ ਭੁੱਖ ਹੜਤਾਲ ਦੇ ਉੱਤੇ ਬੈਠ ਗਏ ਨੇ। ਹਾਲਾਂਕਿ ਕਿਸਾਨਾਂ ਦੇ ਵੱਲੋਂ ਵੀ ਇੱਕ ਦਿਨ ਦੀ ਭੁੱਖ ਹੜਤਾਲ ਕੀਤੀ ਗਈ ਸੀਗੀ ਤੇ ਹੁਣ ਜੀਰਾ ਹੋਣੀ ਜਿਹੜੇ ਹੈਗੇ ਇੱਕ ਦਿਨ ਦੀ ਭੁੱਖ ਹੜਤਾਲ ਤੇ ਬੈਠ ਚੁੱਕੇ ਨੇ। ਸਮਾਂ ਤੁਸੀਂ ਦੇਖ ਸਕਦੇ ਹੋ, ਰਾਤ ਦੇ ਲਗਭਗ 11 ਵਜਣ ਵਾਲੇ ਹੋ ਗਏ ਨੇ, 11 ਵਜਣ ਵਾਲੇ ਨੇ ਤੇ ਭੁੱਖ ਹੜਤਾਲ ਦੇ ਉੱਤੇ ਜੀਰਾ ਹੋਣੀ ਬੈਠੇ ਹੋਏ ਨੇ, ਬਿੱਟੂ ਹੋਣੀ ਜਿਹੜੇ ਨੇ ਇੱਥੇ ਮੌਜੂਦ ਹੈਗੇ ਨੇ। ਜੀਰਾ ਸਾਹਿਬ, ਕੀ ਲੋੜ ਪਈ? ਕਿਸਾਨਾਂ ਨੇ ਤਾਂ ਇੱਕ ਦਿਨ ਦਾ ਸਿੰਬੋਲਿਕ ਰੱਖਿਆ ਸੀਗੀ ਭੁੱਖ ਹੜਤਾਲ, ਤੁਸੀਂ 4 ਦਿਨ ਦਾ ਐਲਾਨ ਕਰ ਦਿੱਤਾ। ਗੱਲ ਇਹ ਆ ਕਿ ਅੱਜ ਸਭ ਤੋਂ ਪਹਿਲਾਂ ਤਾਂ ਬੜੀ ਦੁਖਦਾਈ ਗੱਲ ਆ ਕਿ ਜਿਹੜੇ ਸਾਡੇ ਸੰਤ ਬਾਬਾ ਰਾਮ ਸਿੰਘ ਜੀ ਕਿ ਜਿਹੜੇ ਚੜ੍ਹਾਈ ਕਰ ਗਏ, ਸ਼ਹਾਦਤ ਦਿੱਤੀ ਜਿਨ੍ਹਾਂ ਨੇ ਕਿਸਾਨੀ ਮੋਰਚੇ ਤੇ। ਔਰ ਮੈਂ ਗੱਲ ਕਹਿਣਾ ਕਿ ਜਿਹੜੀ ਤੁਸੀਂ ਭੁੱਖ ਹੜਤਾਲ ਦੀ ਗੱਲ ਕਰਦੇ ਹੋ, ਭੁੱਖ ਹੜਤਾਲ ਜਿਹੜੀ ਕਿਸਾਨਾਂ ਵੱਲੋਂ ਜਿਹੜਾ ਇੱਕ 14 ਤਰੀਕ ਦਾ ਜਿਹੜਾ ਸੀ ਦਿਹਾੜਾ ਸੀਗਾ, ਉਸ ਦਿਨ ਉਹਨਾਂ ਨੇ ਕਿਹਾ ਕਿ ਅੱਜ ਸਾਰੇ ਜਿਹੜੇ ਕਿਸਾਨੀ ਅੰਦੋਲਨ 'ਚ ਜਿਹੜੇ ਲੋਕ ਸਾਥ ਦੇਣਾ ਚਾਹੁੰਦੇ, ਜਿਹੜੇ ਸਮਰਥਨ ਕਰਨਾ ਚਾਹੁੰਦੇ ਨੇ, ਉਹ ਇੱਕ ਦਿਨ ਦੀ ਭੁੱਖ ਹੜਤਾਲ ਰੱਖੋ। ਤਾਂ ਉਸ ਤੋਂ ਬਾਅਦ ਉਦੋਂ ਹੀ ਮੇਰਾ ਇੱਕ ਮਨ ਦਾ ਵਿਚਾਰ ਬਣਿਆ, ਕਿਉਂਕਿ ਸਾਡੇ ਕਈ ਇਹੋ ਜਿਹੇ ਲੀਡਰ ਨੇ ਜਿਹੜੇ ਇੱਕ ਫਰਜ਼ੀ ਤੌਰ 'ਤੇ ਕੰਮ ਕਰ ਰਹੇ ਨੇ। ਜੇ 8 ਤਰੀਕ ਨੂੰ ਦੇਸ਼ ਬੰਦ ਹੋਣਾ ਸੀ ਤਾਂ ਉਹਨਾਂ ਨੇ ਕਿਹਾ ਜੀ ਅਸੀਂ ਦੇਸ਼ ਬੰਦ ਕਰਾਂਗੇ, ਅਸੀਂ ਸਿੰਘੂ ਬਾਰਡਰ 'ਤੇ ਜਾਵਾਂਗੇ, ਅਸੀਂ ਸਾਰਾ ਕੁਛ ਕਰਾਂਗੇ, ਅਸੀਂ ਸੰਗਤਾਂ ਨੂੰ ਮਿਲਾਂਗੇ। ਨਾ ਤਾਂ ਉਦੋਂ ਦਿੱਲੀ ਬੰਦ ਹੋਈ, ਉਹ ਸਾਰੀ ਮੀਡੀਆ ਨੇ ਦਿਖਾਇਆ ਕਿ ਦਿੱਲੀ ਨਹੀਂ ਬੰਦ। ਅਤੇ ਭੁੱਖ ਹੜਤਾਲ ਦਾ ਵੀ ਇਹ ਸੀਗਾ ਕਿ ਜਿੰਨਾ ਚਿਰ ਅੰਨੀ ਅਤੇ ਬੋਲੀ ਸਰਕਾਰ ਦੇ ਕੰਨ ਨਹੀਂ ਖੁੱਲ੍ਹਦੇ, ਉਹਨਾਂ ਚਿਰ ਸਾਨੂੰ ਇਹ ਹੈ ਕਿ ਜਿਹੜਾ ਦਬਾਅ ਵੱਧ ਤੋਂ ਵੱਧ ਬਣਾ ਕੇ ਰੱਖਣਾ ਚਾਹੀਦਾ। ਔਰ ਮੈਂ ਉਸ ਦਿਨ ਹੀ ਇਹ ਐਲਾਨ ਕਰਤਾ ਸੀਗਾ ਕਿ ਅੱਜ 14 ਤਰੀਕ ਨੂੰ ਤਾਂ ਕਿਸਾਨ ਜਥੇਬੰਦੀਆਂ ਨੇ ਕਿਹਾ ਹੈ ਅਤੇ ਅਸੀਂ ਉਹਨਾਂ ਦਾ ਸਮਰਥਨ ਕਰਦੇ ਹਾਂ। ਇਸ ਤੋਂ ਬਾਅਦ ਦੇ ਵਿੱਚ ਇਹ ਕਿ 15 ਤਰੀਕ ਨੂੰ ਸੰਗਰਾਂਦ ਸੀ। ਮੈਂ ਕੱਲ੍ਹ ਬਾਬਾ ਬੁੱਢਾ ਸਾਹਿਬ ਜਾ ਕੇ ਆਇਆ, ਉੱਥੇ ਚੜ੍ਹਦੀ ਕਲਾ ਦੀ ਅਰਦਾਸ ਕਰਾ ਕੇ ਆਇਆ ਕਿਸਾਨਾਂ ਦੀ, ਕਿਉਂਕਿ ਜਿਹੜੇ ਕਿਸਾਨ ਅੱਜ ਮੋਰਚਿਆਂ 'ਤੇ ਬੈਠੇ ਆ, ਜਿਹੜੇ ਸੰਘਰਸ਼ ਲੜ ਰਹੇ ਨੇ, ਕਿ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੀ ਅਤੇ ਮੋਦੀ ਅਤੇ ਅਮਿਤ ਸ਼ਾਹ ਜੀ ਨੂੰ ਸਮਰੱਥ ਬਖਸ਼ਣਾ, ਅਕਲ ਦੇਣਾ, ਕਿ ਤਾਂ ਕਿ ਕਿਸਾਨਾਂ ਦੀਆਂ ਮੰਗਾਂ ਉਹ ਮੰਨਣ ਅਤੇ ਕਿਸਾਨ ਜਿਹੜਾ ਖੁਸ਼ੀ ਖੁਸ਼ੀ ਘਰੇ ਜਾਵੇ। ਕਿਉਂਕਿ ਅੱਜ ਬਹੁਤ ਮੰਦਭਾਗੀ ਗੱਲ ਆ ਕਿ 22 ਮੌਤਾਂ ਜਿਹੜੀਆਂ ਨੇ ਉਹ ਅੱਜ ਤੱਕ ਹੋਈਆਂ, ਅਤੇ ਔਰ ਜਿਹਦੇ ਵਿੱਚ ਸਭ ਤੋਂ ਜਿਹੜੀ ਦਿਲ ਨੂੰ ਜਿਹੜਾ ਝੰਜੋੜ ਕੇ ਜਿਹਨੇ ਰੱਖ ਦਿੱਤਾ ਕਿ ਸਾਡੇ ਉਹ ਮਹਾਂਪੁਰਸ਼ ਜਿਨ੍ਹਾਂ ਨੇ ਲੋਕਾਂ ਨੂੰ ਸੇਧ ਦਿੱਤੀ, ਨਾਨਕਸਰ ਸੰਪਰਦਾ ਦੇ ਸੰਤ ਬਾਬਾ ਰਾਮ ਸਿੰਘ ਜੀ। ਮੌਕੇ ਇੱਕ ਮਨ ਭਰ ਆਇਆ ਕਿ ਇਹ ਦਿਨ ਵੀ ਸਾਨੂੰ ਸਿੱਖ ਕੌਮ ਨੂੰ ਵੇਖਣੇ ਪੈਣੇ ਸੀਗੇ ਕਿ ਜੋ ਅਤਿਆਚਾਰ ਸਾਡੇ ਨਾਲ ਸਰਕਾਰਾਂ ਕਰਦੀਆਂ, ਠੀਕ ਹੈ, ਸੁਣਦੇ ਜ਼ਰੂਰ ਸੀਗੇ ਕਿ ਠੀਕ ਹੈ ਕਿ ਅੱਜ ਉਹ ਬਾਰਡਰ ਦੇ ਉੱਤੇ ਫਲਾਣੇ ਬੰਦੇ ਦੀ ਅਟੈਕ ਨਾਲ ਡੈਥ ਹੋ ਗਈ, ਫਲਾਣੇ ਬੰਦੇ ਦੀ ਇੰਝ ਹੋ ਗਈ। ਪਰ ਅੱਜ ਜਿਹੜੀ ਇਹ ਕਹਾਣੀ ਹੈ, ਮੈਂ ਕਹਿੰਦਾ ਕਿ ਇਹਦੇ ਜੋ ਅੱਜ ਹੋਇਆ ਹੈ ਬਹੁਤ ਮਾੜਾ ਹੈ, ਨਿੰਦਾਯੋਗ ਆ। ਔਰ ਮੈਂ ਤਾਂ ਇਹ ਗੱਲ ਕਹਿਣਾ ਕਿ ਇਸ ਚੀਜ਼ ਦੀ ਮੈਂ ਤਾਂ ਪਹਿਲਾਂ ਵੀ ਮੰਗ ਕੀਤੀ ਹੈ ਕਿ ਇਹ ਕਾਰਵਾਈ ਜਿਹੜੀ ਆ, ਇਹ ਜਿਹੜੀਆਂ ਪਹਿਲੀਆਂ 22 ਮੌਤਾਂ ਹੋਈਆਂ ਨੇ ਜਾਂ ਜਿੰਨੀਆਂ ਵੀ ਆ, ਉਹਦੇ ਜ਼ਿੰਮੇਵਾਰ ਜਿਹੜੇ ਨੇ ਮਿਨਿਸਟਰ ਨੇ, ਚਾਹੇ ਪਿਊਸ਼ ਗੋਇਲ ਦੀ ਗੱਲ ਕਰ ਲਈਏ, ਚਾਹੇ ਅਮਿਤ ਸ਼ਾਹ ਦੀ ਗੱਲ ਕਰ ਲਈਏ। ਅਜੀਤ ਗਰੇਵਾਲ ਕਹਿੰਦੇ ਇਹਦੇ ਜ਼ਿੰਮੇਵਾਰ ਕਿਸਾਨ ਆਪ ਹੀ ਹੈਗੇ ਨੇ, ਜਿਹੜੀ ਆਪਣੀ ਗੱਲ ਦੇ ਉੱਤੇ ਅੜੇ ਪਏ ਨੇ, ਆਪਣੀ ਜ਼ਿੱਦ ਨਹੀਂ ਛੱਡ ਰਹੇ ਹੈਗੇ। ਅਸੀਂ ਕਹਿ ਰਹੇ ਹਾਂ ਅਮੈਂਡਮੈਂਟ ਜਿਹੜੀ ਹੈਗੀ ਆ ਉਹ ਕਰ ਲਓ, ਤੇ ਉਹ ਕਹਿੰਦੇ ਕਿ ਕਿਸਾਨ ਹੀ ਇਹਨਾਂ ਦੇ ਜ਼ਿੰਮੇਵਾਰ ਹੈਗੇ। ਯਾਰ ਮੈਂ ਤਾਂ ਕਹਿੰਦਾ ਫਿੱਟ ਲਾਣਾ ਤਾਂ ਇਹਨਾਂ ਦੇ, ਇਹ ਕੀ ਹਜੇ ਵੀ ਉੱਥੇ ਹੀ ਖੜੇ ਨੇ। ਪਹਿਲਾਂ ਤਾਂ ਇਹਨਾਂ ਨੂੰ ਅੱਜ ਇਹ ਵਿੱਚ ਹੀ ਹਰਜੀਤ ਗਰੇਵਾਲ ਹੁਣੀ ਵਿੱਚ ਹੀ, ਇਹ ਬੀਜੇਪੀ ਤੇ ਸਭ ਤੋਂ ਪਹਿਲਾਂ ਪਿਊਸ਼ ਗੋਇਲ ਆ ਕਿਸਾਨ ਜਿਹੜਾ ਮੀਟਿੰਗਾਂ ਦੇ ਵਿੱਚ ਬਹਿੰਦਾ ਸੀ, ਤੋਮਰ ਤੇ ਮੋਦੀ ਸਾਹਿਬ, ਇਹ ਜਿਹੜੇ ਸਾਡੇ ਮਹਾਂਪੁਰਸ਼ ਸੰਤ ਬਾਬਾ ਰਾਮ ਸਿੰਘ ਜੀ ਜਿਨ੍ਹਾਂ ਨੇ ਸ਼ਹਾਦਤ ਪਾਈ ਆ, ਇਹ 302 ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਇਹਨਾਂ ਤੇ। ਇਹ ਤੋਮਰ ਤੇ ਪਿਊਸ਼ ਗੋਇਲ ਤੇ ਪ੍ਰਧਾਨ ਮੰਤਰੀ ਤੇ ਵਿੱਚ ਹੀ ਜਿਹੜੇ ਆ ਰੋਜ਼ ਬੜੇ ਬੜੇ ਚੈਨਲਾਂ ਤੇ ਨਿਊਜ਼ 18 ਤੇ ਪੰਜਾਬ ਵਾਲੇ ਬਿਆਨ ਦਿੰਦੇ ਆ, ਇਹਨਾਂ ਨੂੰ ਕਦ ਚਾਹੁੰਦੇ ਕੀ ਨੇ ਇਹ? ਅੱਜ ਨੌਜਵਾਨ ਬੱਚੇ ਸਾਡੇ ਕੋਈ ਟਰਾਲੀ ਆ ਦੇ ਠੰਡ 'ਚ ਮਰ ਰਿਹਾ, ਕੋਈ ਐਕਸੀਡੈਂਟ 'ਚ ਮਰ ਰਿਹਾ, ਅਗਲੇ ਭੱਜੇ ਆ ਰਹੇ ਆ ਵੀ ਇੱਥੇ ਸਾਡੀਆਂ ਜ਼ਮੀਨਾਂ ਜਾ ਰਹੀਆਂ। ਇੱਕ ਤਾਂ ਉਹ ਵੈਸੇ ਮੈਂਟਲੀ ਅਪਸੈਟ ਨੇ ਤੇ ਰੋਜ਼ ਦਿੱਲੀ ਆਉਣਾ ਪੈ ਰਿਹਾ, ਰਾਸ਼ਨ ਲੈ ਕੇ ਆ ਰਿਹਾ, ਹੋਰ ਆ ਰਿਹਾ, ਪਤਾ ਨਹੀਂ ਕਿੰਨੀਆਂ ਡੈਥਸ ਹੋ ਰਹੀਆਂ ਏ। ਇਹ ਤਾਂ ਬੰਦੇ ਦੇ ਪੁੱਤ ਕਿੱਦਣ ਬਣਨਗੇ? ਕਹਿੰਦੇ ਪ੍ਰਕਾਸ਼ ਉਹਨਾਂ ਨਾਲ ਗੱਲ ਹੋਈ, ਕਹਿੰਦੇ ਹੁਣ ਮੀਟਿੰਗਾਂ ਨਹੀਂ ਹੋਣਗੀਆਂ, ਹੁਣ ਸੁਪਰੀਮ ਕੋਰਟ ਹੀ ਜਵਾਬ ਦੇਊਗੀ। ਕਹਿੰਦੇ ਕਿਸਾਨਾਂ ਦਾ, ਕਹਿੰਦੇ ਅਸੀਂ ਤਾਂ ਜਿਹੜੀ ਮੀਟਿੰਗਾਂ ਕਰਵਾਉਣੀਆਂ ਸੀ ਕਰਵਾ ਦਿੱਤੀਆਂ, ਬਹੁਤ ਜਿਹੜਾ ਹੈਗਾ ਕਿਸਾਨਾਂ ਨੂੰ ਆਫਰ ਕਰਕੇ ਦੇਖ ਲਿਆ, ਹੁਣ ਸੁਪਰੀਮ ਕੋਰਟ ਜਿਹੜਾ ਹੈਗਾ ਉਹੀ ਇਸ ਦਾ ਜਵਾਬ ਦੇਵੇ। ਤੇ ਸੁਪਰੀਮ ਕੋਰਟ ਨੂੰ ਹੁਣ ਖਿਆਲ ਆਇਆ ਏ? ਨਹੀਂ ਤਾਂ ਸੁਪਰੀਮ ਕੋਰਟ ਮਾੜਾ ਜੀ ਵੀ ਗੱਲ ਹੋਵੇ ਸੂਮੋਟੋ ਲੈ ਲੈਂਦਾ। ਹੁਣ ਸੁਪਰੀਮ ਕੋਰਟ 'ਚ ਇਹ ਗਏ ਨੇ ਤਰੀਕੇ ਨਾਲ, ਇਹਨਾਂ ਨੇ ਸੁਪਰੀਮ ਕੋਰਟ ਦੇਖੋ ਬਹੁਤ ਸਤਿਕਾਰਯੋਗ ਆ ਸੁਪਰੀਮ ਕੋਰਟ, ਕਿੰਤੂ ਪਰੰਤੂ ਕਰਨਾ ਬੜਾ ਇਸ ਕੋਰਟ ਲਈ ਅੱਜ ਤੱਕ ਕਿਸੇ ਨੇ ਕੀਤਾ ਨਹੀਂ। ਪਰ ਮੈਨੂੰ ਦੱਸੋ, ਆਪਾਂ ਨੂੰ ਕੋਰਟ 'ਚੋਂ ਚੰਡੀਗੜ੍ਹ ਮਿਲ ਗਿਆ, ਆਪਾਂ ਨੂੰ ਕੋਰਟ 'ਚੋਂ SOL ਕਨਾਲ ਦਾ ਫੈਸਲਾ ਹੋ ਗਿਆ, 84 ਦਾ ਅੱਜ ਤੱਕ ਫੈਸਲੇ ਹੋ ਗਏ,
ਇਹ 48 ਘੰਟੇ ਕੋਰਟ ਬੰਦ ਹੋਣ ਨੂੰ ਰਹਿ ਗਿਆ, ਵਿੰਟਰ ਜਿਹੜੀਆਂ ਵਕੇਸ਼ਨਸ ਨੇ, ਇਹ ਚੰਡੀਗੜ੍ਹ ਨੂੰ ਨਾ ਪੰਜਾਬ ਸਰਕਾਰ ਨੂੰ ਵੀ ਸੁਣ ਲੈਣਗੇ, ਇਹ ਹਰਿਆਣਾ ਸਰਕਾਰ ਨੂੰ ਜਿਹਦਾ ਆਪਣਾ ਵਿਊ ਉਹਨੂੰ ਵੀ ਸੁਣ ਲੈਣਗੇ, ਦਿੱਲੀ ਸਰਕਾਰ ਨੂੰ ਵੀ ਸੁਣ ਲੈਣਗੇ, ਕਿਸਾਨਾਂ ਨੂੰ ਵੀ ਸੁਣ ਲੈਣਗੇ। ਇੱਕ ਕਮਰੇ 'ਚ ਜਿਹੜਾ ਲੱਖਾਂ ਬੰਦਾ ਆਇਆ ਬੈਠਾ ਹਰ ਸੜਕ ਤੇ, ਤੋਂ ਇੱਕੋ ਹੀ ਗੱਲ ਆ, ਉਹਦੀ ਸੁਣਨ ਨੂੰ ਰਹਿ ਕੀ ਗਿਆ? ਕੋਰਟ ਤਾਂ ਅੱਧਾ ਗੱਲ ਕਹਿ ਦਿੰਦਾ, ਉਹ ਭਾਈ ਕਿਉਂ ਜਾਨਾਂ ਲੈਂਦੇ ਹੋ ਇੰਨੇ ਬੰਦੇ ਦੀਆਂ? ਇੱਕ ਮੌਤ ਹੋ ਜਾਂਦੀ, ਉਹਦੇ 302 ਦੇ ਮੁਕੱਦਮੇ ਫਾਂਸੀ ਤੱਕ ਜਾਂਦਾ, ਤੇ ਇਹ ਇੰਨੇ ਬੰਦੇ ਮਰ ਰਹੇ ਆ ਜੋ ਇਹ ਕੋਰਟ ਨੂੰ ਵੀ ਕੋਈ ਸੁਰਤ ਨਹੀਂ ਗੀ ਕੋਰਟ ਕੀ ਲੱਗਦਾ ਹੁਣ ਹੱਲ ਫਿਰ ਕਿਵੇਂ ਨਿਕਲੂਗਾ? ਕਿਸਾਨ ਤਾਂ ਕਹਿੰਦੇ ਅਸੀਂ ਤਾਂ ਰੱਦ ਕਰਵਾਉਣੇ ਨੇ, ਭਾਜਪਾ ਸਾਫ਼ ਤੌਰ ਤੇ ਕਹਿ ਚੁੱਕੀ, ਕਹਿੰਦੇ ਇਹ ਰੱਦ ਹੋਣੇ ਹੀ ਨਹੀਂ ਹੈਗੇ, ਕਹਿੰਦੇ ਜੋ ਮਰਜ਼ੀ ਕਰ ਲਿੱਤਾ ਜਾਵੇ ਰੱਦ ਨਹੀਂ ਹੋਣੇ ਹੈਗੇ। ਫਿਰ ਛੱਡੋ ਯਾਰ, ਤੁਸੀਂ ਨਾ ਗੱਲ ਕਰੋ, ਬੈਠੋ, ਮਰੀ ਜਾਣ ਦਿਓ ਸਾਨੂੰ, ਅਸੀਂ ਤਾਂ ਮਰਨ ਆਏ ਆ, ਮਰੀ ਜਾਣ ਦਿਓ ਸਾਨੂੰ, ਤੁਸੀਂ ਆਨੰਦ ਮਾਣੋ ਸੱਤਾ ਦਾ। ਜਿੱਦਣ ਉਹ ਪ੍ਰਮਾਤਮਾ ਵਾਹਿਗੁਰੂ ਦੇਖੂਗਾ, ਜਿਹੜਾ ਗੁਰੂ ਨਾਨਕ ਦੇਵ ਜੀ ਉੱਤਮ ਖੇਤੀ ਕਹਿ ਕੇ ਗਏ ਨੇ, ਬਾਬਰ ਵਰਗਿਆਂ ਨੂੰ ਖਤਮ ਕਰਤਾ, ਉਹ ਤੁਹਾਡਾ ਦੇਖ ਲੈਣਗੇ ਆਪਣੇ ਆਪ। ਅਸੀਂ ਤਾਂ ਬੈਠੇ ਉੱਤੇ ਅਰਦਾਸਾਂ ਕਰਦੇ ਆ, ਆਪਣੇ ਆਪ ਨੂੰ ਤੁਸੀਂ ਇਹ ਦੇ ਰਹੇ ਆ, ਤੁਹਾਨੂੰ ਤਾਂ ਕੁਝ ਨਹੀਂ ਕਹਿੰਦੇ, ਉਹ ਪ੍ਰਮਾਤਮਾ ਦੇਖ ਲੂਗਾ। ਤੁਸੀਂ ਛੱਡੋ ਸਾਡਾ ਖਹਿੜਾ, ਅਸੀਂ ਤਾਂ 6 ਮਹੀਨੇ ਬੀਜ ਕੇ 6 ਮਹੀਨੇ ਉਹਨੂੰ ਦੇਖੀ ਜਾਂਦੇ ਆ ਵੀ ਮੀਂਹ ਪੈ ਗਿਆ, ਗੜਾ ਪੈ ਗਿਆ, ਧੁੱਪ ਹੋ ਗਈ, ਕਿਹੋ ਜੀ ਹਵਾ ਆ ਗਈ, ਫਸਲ ਉੱਗੂ ਨਹੀਂ ਉੱਗੂ। ਅਸੀਂ ਤਾਂ ਹੁਣ 6 ਮਹੀਨੇ ਲਈ ਬਹਿ ਗਏ, 6 ਮਹੀਨੇ ਬਾਅਦ ਮਾਰਚ 'ਚ ਫਿਰ ਬਹਿ ਜਾਾਂਗੇ। ਇਸ ਕਰਕੇ ਦੇਖਦੇ ਆ ਹੁਣ, ਜਿਵੇਂ ਉਹ ਕਹਿੰਦੇ ਆ ਨਾ, ਦੇਖਦੇ ਆ ਕਿਤਨਾ ਦਮ ਬਾਜੂ ਇਹ ਕਾਤਲ ਮੇ ਹੈ। ਹੁਣ ਤਾਂ ਇਹ ਇਹਨਾਂ 'ਚ ਦੇਖਦੇ ਆ ਦਮ ਕਿੰਨਾ ਕਾ। ਅਸੀਂ ਤਾਂ ਆਪਣੀਆਂ ਸ਼ਹਾਦਤਾਂ ਕੁਰਬਾਨੀਆਂ ਦਿੰਦੇ ਹੀ ਆਏ ਆ, ਪੰਜਾਬ ਵਾਲੇ ਆਪਣੀ ਜ਼ਮੀਨ ਖਾਤਰ ਨਹੀਂ ਦੇ ਸਕਦੇ, ਜਦ ਇਹਨਾਂ ਖਾਤਰ ਹਿੰਦੁਸਤਾਨ ਖਾਤਰ ਦਿੰਦੇ ਰਹੇ ਆ, ਤੇ ਆਪਣੀ ਜ਼ਮੀਨ ਬਚਾਉਣ ਲਈ ਆਪਣੇ ਬੱਚਿਆਂ ਦੇ ਖਾਤਰ ਨਹੀਂ ਅਸੀਂ ਦੇਵਾਂਗੇ। ਜਿਹੜੀ ਪਹਿਲ ਤੁਸੀਂ ਕੀਤੀ ਹੈਗੀ ਭੁੱਖ ਹੜਤਾਲ ਦੇ ਉੱਤੇ ਬੈਠੇ ਹੈਗੇ ਹੋ, ਹਾਲਾਂਕਿ ਤੁਸੀਂ ਜਿਸ ਤਰੀਕੇ ਨਾਲ ਜ਼ਿਕਰ ਕੀਤਾ ਹੈ, ਆਮ ਆਦਮੀ ਪਾਰਟੀ ਉਹਨਾਂ ਨੇ ਵੀ ਜਿਸ ਦਿਨ 14 ਤਰੀਕ ਨੂੰ ਭੁੱਖ ਹੜਤਾਲ ਦੇ ਉੱਤੇ ਬੈਠੇ ਸੀ ਕਿਸਾਨ, ਉਹਨਾਂ ਦੇ ਵੀ ਸਾਰੇ ਕੁਝ ਲੀਡਰ ਬੈਠੇ ਸੀਗੇ। ਤੁਸੀਂ ਅੱਜ ਪਹਿਲ ਕਰ ਦਿੱਤੀ ਹੈ, ਤੁਸੀਂ 4 ਦਿਨਾਂ ਦੇ ਵਾਸਤੇ ਬੈਠੇ ਹੋ। ਲੱਗਦਾ ਕਿ ਪੰਜਾਬ ਦੇ ਵਿੱਚ ਜਿਹੜੇ ਆਪਣੇ ਹੋਰ ਵੀ ਵਿਧਾਇਕ ਹੈਗੇ ਨੇ, ਇੱਕ ਵੱਡੀ ਬਹੁਮਤ ਹੈਗੀ, ਉਹਨਾਂ ਨੂੰ ਵੀ ਆਉਣਾ ਚਾਹੀਦਾ ਹੈਗਾ ਦਿੱਲੀ ਆ ਕੇ ਬੈਠ ਕੇ ਉਹਨਾਂ ਨੂੰ ਵੀ ਦੱਸਣਾ। ਇੱਕ ਮਿੰਟ, ਮੈਂ ਇਹਦਾ ਜਵਾਬ ਦਿੰਦਾ, ਗੱਲ ਸੁਣੋ। ਇਹ ਗੱਲ ਨਾ ਕਿਸੇ ਵਿਧਾਇਕ ਦੀ ਆ, ਨਾ ਕਿਸੇ MP ਦੀ ਆ, ਨਾ ਕਿਸੇ ਪਾਰਟੀ ਦੀ ਆ ਭਾਈ। ਇਹ ਤਾਂ ਆਪਣਾ ਆਪਣਾ ਯੱਗ 'ਚ ਜਿਹਨੇ ਹਿੱਸਾ ਪਾਉਣਾ ਪਾ ਲਓ, ਇਹ 'ਚ ਕਿਸੇ ਨੂੰ ਕੋਈ ਚੈਲੰਜ ਨਹੀਂ, ਕਿਸੇ ਨੂੰ ਕੋਈ ਲੈਣਾ ਨਹੀਂ, ਕੋਈ ਪਾਰਟੀ ਬਾਈ ਤੋਂ ਉੱਪਰ। ਮੈਂ ਕਹਾਂ ਜੀ, ਜਿੱਥੇ ਕੋਈ ਬਹਿੰਦਾ ਆਪਣੇ ਘਰ ਦੇ ਬਾਹਰ ਹੀ ਭੁੱਖ ਹੜਤਾਲ ਤੇ ਬਹਿ ਜੇ। ਬਾਦਲ ਸਾਹਿਬ ਆਪਣੇ ਘਰ ਦੇ ਬਾਹਰ ਬਹਿ ਜਾਣ, ਹੋਰ ਆਪਣੇ ਵਾਰ ਕੇਜਰੀਵਾਲ ਬੈਠਾ ਇੱਥੇ। ਕੇਜਰੀਵਾਲ ਤਾਂ ਖੈਰ ਦੁਸ਼ਮਣ ਆ, ਕੇਜਰੀਵਾਲ ਨੇ ਤਾਂ ਜਿੱਦਣ ਬੰਦ ਕਿਉਂ, ਇਹਦੇ ਤਾਂ ਅੱਗ ਲੱਗਦੀ ਆ ਵੀ ਪੰਜਾਬ 'ਚੋਂ ਮੈਂ CM ਬਣਨ ਦਾ ਸੁਪਨਾ ਲੈ ਕੇ ਗਿਆ ਸੀ, ਮੇਰਾ ਉਹ ਪੂਰਾ ਨਹੀਂ ਹੋਇਆ, ਪੰਜਾਬ ਵਾਲਿਆਂ ਨੇ ਮੈਨੂੰ ਹਰਾਤਾ। ਇਹ ਤਾਂ ਉਸ ਗੱਲ ਦੀ ਜਿੱਦ ਕੱਢਦਾ, ਇਹਨੇ ਕੱਲੀ ਬੱਸ, ਕੱਲੀ ਦੁਕਾਨ ਉਰੇ ਖਲਾਈ। ਇਹ ਤਾਂ ਕੇਜਰੀਵਾਲ ਤਾਂ ਤੁਸੀਂ ਸਮਝ ਗਏ ਨਾ ਗੱਲ ਨੂੰ, ਇਹਦੀ ਤਾਂ ਉਰੇ ਚੱਲਦੀ ਨਹੀਂ, ਕਿਉਂਕਿ ਇਹ ਤਾਂ ਯੂਨੀਅਨ ਟੈਰੀਟਰੀ ਇੱਕ ਤਰ੍ਹਾਂ ਦੀ। ਪੁਲਿਸ ਉਹਨਾਂ ਦੇ ਕੋਲ ਆ, NDMC ਸੈਂਟਰ ਕੋਲ ਆ, ਮੈਟਰੋ ਉਹਨਾਂ ਕੋਲ ਆ, 에ਅਰਪੋਰਟ ਇਹਦੇ ਕੋਲ ਤਾਂ ਦੂਜਾ ਮਾੜਾ ਮੋਟਾ ਕੋਈ ਮਹੱਲੇ ਜੇ ਹੈਗੇ, ਕਲੀਨਿਕਾਂ ਜਿਹੜੀਆਂ ਇਹ ਕਰਦਾ ਰਹਿੰਦਾ। ਬਾਕੀ ਪੰਜਾਬ ਵਾਲੇ ਨਾਲ ਤਾਂ ਅੰਦਰੋਂ ਇਹਨੂੰ ਜਿੱਦ ਆ, ਇਹਨੂੰ ਗੁੱਸਾ ਆਏ ਵੀ ਮੈਂ ਪੰਜਾਬ ਦਾ CM ਦਾ ਸੁਪਨਾ ਲੈ ਗਿਆ ਸੀ, ਵੀ ਅਖੀਰ ਮੇਰਾ ਉਹ ਪੂਰਾ ਨਹੀਂ ਹੋਇਆ। ਇਹ ਤਾਂ ਉਹਨਾਂ ਦਾ ਦੂਜੇ ਨੰਬਰ ਦਾ ਉਹਨਾਂ ਨਾਲ ਰਲਿਆ, ਨਾਲੇ ਇਹ ਕਦੇ ਹੋਏ ਆ ਪੰਜਾਬ ਦੇ ਆ। ਸੁਖਬੀਰ ਬਾਦਲ ਹੁਣ ਬਿਆਨ ਦਿੰਦੇ, ਕਹਿੰਦੇ ਟੁਕੜੇ ਗੈਂਗ ਭਾਜਪਾ ਹੈਗੀ ਹੈ। ਜਿਹੜਾ 9 ਮਾਰਚ ਦਾ ਅਕਾਲੀ ਭਾਜਪਾ ਰਿਸ਼ਤਾ ਸੀਗਾ, ਉਦੋਂ ਤਾਂ ਉਹਨਾਂ ਦਾ ਪੱਖ ਪੂਰਦੇ ਹੋਏ ਨਜ਼ਰ ਆਉਂਦੇ ਸੀਗੇ, ਤਾਂ ਅੱਜ ਕਹਿੰਦੇ ਟੁਕੜੇ ਅਸਲ ਗੈਂਗ BJP ਹੈਗਾ। ਚਲੋ ਮੈਂ ਨਾ ਹਜੇ ਕੁਝ ਕਹਿਣਾ ਤਾਂ ਨਹੀਂ ਆਉਂਦਾ ਵੀ ਆਪਾਂ ਸਾਰੇ ਪੰਜਾਬੀ ਇਕੱਠੇ ਹੋ ਜੀ, ਚਾਹੇ ਕੋਈ ਮਾੜਾ ਕੋਈ ਚੰਗਾ, ਪੰਜਾਬ ਲਈ ਨਾਰਾ ਮਾਰ ਰਿਹਾ ਜਿਹੜਾ ਇਸ ਵੇਲੇ ਉਹ ਚੰਗਾ ਹੀ ਆ। ਪੁਰਾਣੇ ਉਹ ਬਾਕੀ ਗੱਲਾਂ ਬਾਅਦ ਚ ਕਰਾਂਗੇ ਵੀ 2G ਕੀ ਸੱਚ, ਨੋਟਬੰਦੀ ਵੇਲੇ ਕਿਹਦੇ ਨਾਲ ਕਿਉਂ ਖੜੇ ਰਹੇ ਤੁਸੀਂ, GST ਵੇਲੇ ਕਿਉਂ ਖੜੇ ਰਹੇ, ਸਿਟੀਜ਼ਨ ਅਮੈਂਡਮੈਂਟ ਵੇਲੇ ਕਿਉਂ ਖੜੇ ਰਹੇ, ਜੰਮੂ ਕਸ਼ਮੀਰ ਵੇਲੇ ਕਿਉਂ ਖੜੇ, ਉਹ ਗੱਲਾਂ ਹੁਣ ਬਾਅਦ ਚ ਕਰਾਂਗੇ। ਪਰ ਇਸ ਵੇਲੇ ਨਾ ਹੁਣ ਮੈਂ ਤਾਂ ਸਾਰੀਆਂ ਪਾਰਟੀਆਂ ਨੂੰ ਬੇਨਤੀ ਕਰੂੰਗਾ ਵੀ ਸਾਰੇ ਇੱਕ ਦੂਜੇ ਨੂੰ ਮਾੜਾ ਤਾਂ ਕਹਿਣਾ ਬੰਦ, BJP ਤੋਂ ਜੁੱਤੀਆਂ ਮਾਰਨ ਤੋਂ ਸਿਵਾਏ ਬਾਕੀ ਸਾਰੇ ਆ ਸੰਘਰਸ਼ ਵੇਲੇ ਇਕੱਠੇ ਹੋ ਜਾਓ, ਇੱਕ ਦੂਜੇ ਨੂੰ ਬਿਲਕੁਲ ਕੁਛ ਨਾ ਕਹੋ। ਤੇ ਜੇ ਅਖੀਰਲੀ ਗੱਲ ਕੋਸ਼ਿਸ਼ ਇਹ ਆ ਵੀ ਭਾਈ ਜੇ ਮੋਦੀ, ਜੇ ਤੇਰੀ ਆਕੜ ਤੇਰਾ ਸਿਰ ਤੁਸੀਂ ਨਹੀਂ ਮੈਂ ਕਰਨਾ, ਮੈਂ ਤਾਂ ਕਹਿਣਾ ਵੀ ਸਾਰੇ ਸੰਤ ਮਹਾਂਪੁਰਸ਼ ਜਿੰਨੇ ਵੀ ਪੰਜਾਬ ਦੇ ਆ, ਚਾਹੇ ਉਹ ਹਿੰਦੂਆਂ ਦੇ ਆ, ਸਿੱਖਾਂ ਦੇ ਆ, ਮੁਸਲਮਾਨਾਂ ਦੇ ਆ, ਈਸਾਈਆਂ ਦੇ ਆ, ਚਾਹੇ ਬੜੇ ਤੋਂ ਬੜੇ ਡੇਰੇ ਆ, ਜਿਹੜਾ ਇੱਕ ਦਾ ਮਾੜਾ ਡੇਰਾ ਉਹਨੂੰ ਛੱਡ ਕੇ ਸਾਰੇ ਸੰਤ ਮਹਾਂਪੁਰਸ਼, ਸਾਰੇ ਡੇਰਿਆਂ ਵਾਲੇ ਵੱਡੇ, ਕਿਉਂਕਿ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਹੈ ਨਾ ਪੰਜਾਬ ਤਾਂ, ਤੇ ਉਹ ਸਾਰੇ ਆ ਕੇ ਆਪਣੀਆਂ ਝੋਲੀਆਂ ਅੱਡ ਕੇ ਭਾਈ ਆਪਣੇ ਪੰਜਾਬ ਦੇ ਖਾਤਰ, ਆਪਣੇ ਪੰਜਾਬ ਦੇ ਕਿਸਾਨਾਂ ਖਾਤਰ ਮੋਦੀ ਦੇ ਮੂਹਰੇ, ਕਿਉਂਕਿ ਉਹਨਾਂ ਤੋਂ ਵੱਡਾ ਤਾਂ ਕੋਈ ਨਹੀਂ ਫਕੀਰਾਂ ਤੋਂ ਅੱਗੇ, ਇਹਦੇ ਮੂਹਰੇ ਭਾਈ ਅੱਲਾ ਅੱਡਾ ਪੱਲਾ ਅੱਡ ਕੇ ਕਹਿ ਦੇਣ ਵੀ ਭਾਈ ਗਲਤੀ ਸਾਡੇ ਪੱਲੇ ਪਾ ਦੇ, ਤੂੰ ਰਾਜਾ। ਉਹ ਵੀ ਆਪਣੇ ਆਪ ਨੂੰ ਵੱਡੇ ਫਕੀਰ ਮੰਨਦੇ ਨੇ। ਲੱਗਦਾ ਕਿ ਇਹਨਾਂ ਫਕੀਰਾਂ ਦੀ ਝੋਲੀ ਜਿਹੜੀ ਹੈਗੀ ਹੈ, ਜੇ ਅੱਡਣਗੇ ਵੀ ਤਾਂ ਉਹ ਭਰ ਦੇਣਗੇ। ਗੱਲ ਆ ਵੀ ਠੀਕ ਆ। ਗੱਲ ਇਹ ਹੈ ਕਿ ਜਿਹੜੀ ਗੱਲ ਤੁਸੀਂ ਕੀਤੀ ਹੈ, ਬਿੱਟੂ ਜੀ ਨੇ ਗੱਲ ਸਹੀ ਕੀਤੀ ਕਿ ਅੱਜ ਸਾਨੂੰ ਨਾ ਤਾਂ ਕਿਸੇ ਨੂੰ ਇਹ ਵਿਖਾਉਣ ਦੀ ਲੋੜ ਆ ਕਿ ਅਸੀਂ ਲੀਡਰ ਆ, ਨਾ ਕਿਸੇ ਨੂੰ ਇਹ ਵਿਖਾਉਣ ਦੀ ਲੋੜ ਆ ਕਿ ਅਸੀਂ ਬਹੁਤ ਵੱਡੇ ਸੰਤ ਆ। ਅੱਜ ਤੇ ਕਿ ਅੱਜ ਪੂਰੇ ਦੇਸ਼ ਦੇ ਹਰੇਕ ਨਾਗਰਿਕ ਦੇ ਇੱਜ਼ਤ ਦਾ ਸਵਾਲ ਬਣਿਆ ਪਿਆ
ਤੁਸੀਂ ਇੱਕ ਚੀਜ਼ ਵੇਖੋ, ਇੱਕ ਨੋਟ ਕਰੋ ਕਿ ਪਹਿਲੀ ਵਾਰ ਸਨ 47 ਤੋਂ ਬਾਅਦ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਕੋਈ ਵੀ ਅੰਦੋਲਨ ਜਿਹੜਾ ਜਿੰਦੇ ਵਿੱਚ ਨਾ ਤਾਂ ਕਿਸੇ ਨੂੰ ਕੋਈ ਸੱਦਿਆ ਜਾਂਦਾ, ਨਾ ਕਿਸੇ ਨੂੰ ਕੋਈ ਲੈਟਰ ਭੇਜੀ ਜਾਂਦੀ ਹੈ, ਨਾ ਕਿਸੇ ਨੂੰ ਕੋਈ ਮੇਲ ਜਾਂ WhatsApp ਕੀਤਾ ਜਾਂਦਾ, ਲੋਕ ਆਪੋ ਆਪਣਾ ਹੀ ਜਿਹੜਾ ਕਿ ਆਪਦੀ ਜ਼ਮੀਰ ਉਹਨਾਂ ਦੀ ਇੱਕ ਆਵਾਜ਼ ਦਿੰਦੀ ਹੈ ਕਿ ਯਾਰ ਆਪਣਾ ਜਾਣਾ ਫਰਜ਼ ਬਣਦਾ। ਨਹੀਂ ਤਾਂ ਕਿਸਾਨ ਦਾ ਕੀ ਹੈ, ਕਿਸਾਨ ਤਾਂ ਆਪਦੀ ਜਿਹੜੀ ਫਸਲ ਆਪਦੇ ਬੱਚਿਆਂ ਨੂੰ ਪਾਲਣ ਜੋਗਾ ਆਪੇ ਬੀਜ ਸਕਦਾ, ਆਪੇ ਵੱਢ ਸਕਦਾ, ਆਪਦੇ ਬੱਚਿਆਂ ਦਾ ਪੇਟ ਭਰ ਸਕਦਾ। ਪਰ ਅੱਜ ਉਹ ਦੇਸ਼ ਦਾ ਅਣਦਾਤਾ, ਜਿਹੜਾ ਅਣਦਾਤਾ ਜਿਹਨੂੰ ਅਸੀਂ ਰਾਜਾ ਕਹਿੰਦੇ ਸੀ, ਜਿੰਦਾ ਕਿਤੇ ਨੋਟਾਂ ਦੇ ਉੱਤੇ 5 ਰੁਪਏ ਦਾ ਕਿਤੇ ਨੋਟ ਵੇਖਿਓ, 100 ਰੁਪਏ ਦਾ ਨੋਟ ਵੇਖਿਓ, ਟਰੈਕਟਰ ਚਲਾਉਂਦਾ, ਠੀਕ ਹੈ, ਉਹ ਕਿਸਾਨ ਜਿਹੜਾ ਨੋਟਾਂ ਤੇ ਛਪਦਾ ਹੁੰਦਾ ਸੀ ਅੱਜ ਸੜਕਾਂ ਤੇ ਛਾਪ ਕੇ ਰੱਖਤਾ ਇਹਨਾਂ ਨੇ। ਔਰ ਐਡੀ ਘਟੀਆ ਰਾਜਨੀਤੀ ਸਾਨੂੰ ਨਹੀਂ ਕਰਨੀ ਚਾਹੀਦੀ। ਹਾਂ, ਸਿਰਫ ਇੱਕ ਗੱਲ ਕੁਛ ਨਹੀਂ, ਇੱਕ ਸਿਰਫ ਫੜੀ ਆ ਕਿ ਜੇ ਪਹਿਲਾਂ ਨੋਟਬੰਦੀ ਕੀਤੀ ਤਾਂ ਨਹੀਂ ਕੋਈ ਬੋਲਿਆ, ਜੇ GST ਦੀ ਗੱਲ ਹੋਈ ਤਾਂ ਨਹੀਂ ਕੋਈ ਬੋਲਿਆ। ਕਿਉਂਕਿ ਗੱਲ ਇਹ ਕਿ ਜਿਹੜੀ ਵੀ ਚੀਜ਼ ਨਰਿੰਦਰ ਮੋਦੀ ਜੀ ਨੂੰ ਇਹ ਹੈ ਕਿ ਜਿਹੜੀ ਮੈਂ ਕਹਿਤੀ ਉਹ ਸਹੀ ਆ, ਬਾਕੀ ਗਲਤ ਆ। ਡਰ ਵੀ ਹੁਣ ਇਸੇ ਚੀਜ਼ ਦਾ ਹੈਗਾ, ਕਹਿੰਦੇ ਜੇ ਅਸੀਂ ਇਹ ਵਾਪਸ ਲੈ ਲਏ ਤਾਂ ਜਿਹੜੇ ਹੋਰ ਫੈਸਲੇ ਕੀਤੇ ਹੋਏ ਸੀ ਉਹ ਵਾਲੇ ਲੋਕ ਵੀ ਖੜੇ ਹੋ ਜਾਣਗੇ, ਉਹ ਵੀ ਕਹਿਣਗੇ ਫਿਰ ਇਹਨਾਂ ਚੀਜ਼ਾਂ ਨੂੰ ਵੀ ਜਿਹੜਾ ਹੈਗਾ ਵਾਪਸ ਦਿੱਤਾ ਜਾਵੇ। ਇੰਨਾ ਦਮ ਕਿਸੇ 'ਚ ਨਹੀਂਗਾ, ਇਹ ਕਿਸਾਨ 'ਚ ਹੀ ਆ, ਇਹ ਪੰਜਾਬੀ ਹਰਿਆਣੇ 'ਚ ਹੀ ਆ, ਜਿਹੜਾ ਬਾਰਡਰਾਂ ਤੇ ਰਾਖੀ ਕਰਦਾ ਪੰਜਾਬ ਹਰਿਆਣਾ, ਜਿਹੜਾ ਉਹਦੇ ਬੱਚੇ ਰੋਜ਼ ਚਾਈਨਾ ਤੇ ਪਾਕਿਸਤਾਨ ਦੀਆਂ ਗੋਲੀਆਂ ਖਾ ਕੇ ਵੀ ਖੜੇ ਨੇ 70 ਸਾਲ ਦੇ, ਉਹਨਾਂ ਦਾ ਮੁਕਾਬਲਾ ਕਿਵੇਂ ਕੋਈ ਕਰਾ ਲੂਗਾ। ਤੇ ਭਾਈ ਜੇ ਹੁਣ ਤੁਹਾਨੂੰ, ਜੇ ਮੈਂ ਸਮਝਦਾ ਤੁਹਾਡੀ ਸਰਕਾਰ ਖੂਨ ਦੀ ਉਹ ਪਿਆਸੀ ਹੋ ਗਈ ਆ, ਫਿਰ ਅੱਜ ਤਾਂ ਤੁਹਾਨੂੰ ਖੂਨ ਵੀ ਦੇਤਾ, ਹੋਰ ਦੱਸ ਦਿਓ ਕਿੰਨੇ ਅਸੀਂ ਆਪਣੇ ਆਪ ਨੂੰ ਨਿਸ਼ਾਵਰ ਕਰ ਦਿੰਨੇ ਆ ਸਾਰੇ, ਜੇ ਤੁਹਾਡੀ ਖੂਨ ਨਾਲ ਭੁੱਖ ਮਿਟਦੀ ਆ। ਪਰ ਕਿਸਾਨ ਨਾਲ ਕਾਹਦੀ ਇੱਜ਼ਤ ਆ, ਕਿਹੜੀ ਇੱਜ਼ਤ ਆ, ਮੈਨੂੰ ਤਾਂ ਸਮਝ ਨਹੀਂ ਆਉਂਦੀ। ਜਿਹੜਾ ਇੱਕ ਸਭ ਤੋਂ ਵੱਡਾ ਡੈਮੋਕ੍ਰੈਟਿਕ ਦੇਸ਼ ਆ, ਜਿਹਦੇ ਦੁਨੀਆ 'ਚ ਮੰਨਿਆ ਜਾਂਦਾ ਵੀ ਸਭ ਤੋਂ ਵੱਡੀ ਲੋਕਤੰਤਰ ਹਿੰਦੁਸਤਾਨ 'ਚ ਆ, ਇਹ ਮੋਦੀ ਤਾਂ ਇਹ ਮੈਂ ਕਹਿੰਦਾ ਆਪਣਾ ਜਿਹੜਾ UNO 'ਚ ਕਿਤੇ ਨਾ ਕਿਤੇ ਗਾਂਧੀ ਦੇ ਹੋਰਾਂ ਦੇ ਸਭ ਦੇ, ਇਹ ਤਾਂ ਕਿਤੇ ਆਪਾਂ ਨੂੰ ਤਾਨੇਸ਼ਾਹ ਦਾ ਟੈਗ ਨਾ ਲੱਗੇ। ਔਰ ਸਭ ਤੋਂ ਵੱਧ ਡੈਮੋਕ੍ਰੇਸੀ ਦਾ ਸ਼ਾਇਦ ਇਸਤੇਮਾਲ ਵੀ ਮੋਦੀ ਉਹਨਾਂ ਨੇ ਹੀ ਕੀਤਾ ਹੋਊਗਾ। ਭਾਸ਼ਣ ਦੇ ਰਹੇ ਸੀਗੇ 3 ਵਾਰ ਦਾ ਡੈਮੋਕ੍ਰੇਸੀ ਬੋਲ ਦਿੱਤਾ ਸੀ। ਉਹ ਬੋਲਣ ਤੋਂ ਇਲਾਵਾ ਤੁਸੀਂ ਇਹ ਦੇਖੋ ਵੀ ਇਹ ਕਿੰਨੇ ਕੋਈ ਪੰਜਾਬੀ ਜਿਹੜੇ ਉਰੇ ਲੱਖਾਂ ਆਏ ਆ, ਉਹ ਤਾਂ ਇਹਨਾਂ ਨੂੰ ਦੱਬੇ ਨਹੀਂ, ਉਹ ਕੱਚ 'ਚ ਜਾ ਕੇ, ਜਿਹੜਾ ਕਿ ਇੱਕ ਕੱਲਾ ਜ਼ਿਲ੍ਹਾ ਪੰਜਾਬ ਦਾ ਹਰਿਆਣੇ ਜਿਹੜਾ ਕੱਲਾ ਜ਼ਿਲ੍ਹਾ ਏ, ਉੱਥੇ ਵੀ ਜਦੋਂ ਲੜਾਈ 1965 ਦੀ ਹੋਈ ਸੀ, ਉੱਥੇ ਸਭ ਕੋਈ ਰਹਿਣ ਨੂੰ ਤਿਆਰ ਨਹੀਂ ਸੀ। ਵੈਟਰਨ ਫੌਜੀ ਪੰਜਾਬ ਦੇ ਤੇ ਹਰਿਆਣੇ ਦੇ, ਉਹਨਾਂ ਨੂੰ ਜ਼ਮੀਨਾਂ ਅਲਾਟ ਕੀਤੀਆਂ ਵੀ ਭਾਈ ਇਹ ਬਾਰਡਰ ਤੇ ਉਸ ਵੇਲੇ ਕਿਹੜਾ ਕੋਈ ਤਾਰਾਂ ਹੁੰਦੀਆਂ, ਫੈਂਸਿੰਗ ਹੁੰਦੀ ਸੀ, ਵੀ ਤੁਸੀਂ ਆ ਕੇ ਉਰੇ ਪਾਕਿਸਤਾਨ ਨੂੰ ਰੋਕੋ ਤੇ ਇਹਨੂੰ ਆਬਾਦ ਕਰੋ। ਉਦੋਂ ਬਾਅਦ ਚਲੋ ਆਪਣੇ ਪੰਜਾਬੀ ਜਾਣ ਲੱਗ ਗਏ ਉੱਥੇ। ਇਹ ਉੱਥੇ ਅੱਜ ਤੱਕ ਨਾ ਉੱਥੇ MSP ਆ, ਨਾ ਉੱਥੇ ਕੋਈ ਮੰਡੀਆਂ, 5-7 ਮੰਡੀਆਂ ਏ। ਗੁਜਰਾਤ ਦੇ ਲੋਕਾਂ ਨਾਲ ਸਾਡੀ ਗੱਲ ਹੋਈ, ਕਹਿੰਦੇ ਗੁਜਰਾਤ ਮਾਡਲ ਹੀ ਫੇਲ ਹੈਗਾ, ਕਹਿੰਦੇ 1.5 ਲੱਖ ਕਹਿੰਦੇ ਕਿਸਾਨ ਮਜ਼ਦੂਰ ਬਣ ਚੁੱਕੇ ਹੈਗੇ, ਕਹਿੰਦੇ 1.5 ਲੱਖ ਕਿਸਾਨ ਮਜ਼ਦੂਰ ਬਣ ਚੁੱਕੇ ਨੇ। ਮੈਂ 14 ਚ ਮੈਂਬਰ ਪਾਰਲੀਮੈਂਟ ਸੀ, 14 ਚ ਇਹਨਾਂ ਨੇ ਇਹ ਕਹਿਤਾ ਸੀ ਵੀ ਜਿਹੜਾ ਗੁਜਰਾਤ ਦਾ ਨਹੀਂਗਾ ਉਹ ਤੋਂ ਜ਼ਮੀਨਾਂ ਖੋਲੀਆਂ ਸੀਗੀਆਂ। 14 ਚੋਂ ਸਾਰੇ ਸਾਨੂੰ ਪਾਰਲੀਮੈਂਟ ਚ ਸਾਰੇ ਕਿਸਾਨ ਗੁਜਰਾਤ ਦੇ ਮਿਲਣ ਆਏ ਸੀ, ਤੇ ਅੱਜ ਉਹ ਪਤਾ ਨਹੀਂ ਕਿੱਥੋਂ ਕੱਢੇ ਮਾਸਕ ਲਾ ਕੇ 15 ਗਿਣਤੀ ਦੇ ਕੱਚ ਚ ਜਾ ਕੇ, ਉੱਥੇ ਜਾ ਕੇ ਉਹ 15 ਕਿਸਾਨ ਪੰਜਾਬੀ ਪੱਗਾਂ ਵਾਲੇ, ਉਹ ਵੀ ਮੂੰਹ ਬੰਨ ਕੇ ਉਹਨਾਂ ਦੇ ਉੱਥੇ ਬਿਠਾਏ, ਉਹ ਵੀ ਨਕਲੀ ਪਤਾ ਨਹੀਂ ਕੌਣ ਨੇ, ਉਹਨਾਂ ਦੀ ਵੀ ਤੁਸੀਂ ਕੱਢ ਲਓਗੇ ਇੰਟਰਵਿਊ ਜਾ ਕੇ ਵੀ ਭਾਈ ਤੁਸੀਂ ਕਿਵੇਂ ਬੈਠੇ ਸੀ ਮੋਦੀ ਦੇ ਮੂਹਰੇ। ਤੇ ਇਸ ਕਰਕੇ ਆ ਜਿਹੜੇ ਘਰੇ ਆਏ ਬੈਠੇ ਆ ਲੱਖਾਂ ਚ, ਉਹਨਾਂ ਚ ਤਾਂ ਗੱਲ ਵੱਡੀ ਚੌਪਾਲ ਤਾਂ ਸਿੰਘੂ ਲੱਗੀ ਹੋਈ ਹੈ ਜੇ ਗੱਲ ਕਰਨੀ ਗੱਲ ਨਹੀਂ ਕਰਨੀ। ਉਹ ਮੋਦੀ ਨੂੰ ਕੋਈ ਸੁਰਤ ਨਹੀਂ ਗੀ, ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਉਹਨੂੰ ਪਤਾ ਨਹੀਂ। ਉਹਨੇ ਡਰਾਮਾ ਉੱਥੇ ਜਾ ਕੇ ਰਚਿਆ ਜਿਹੜਾ ਕਿ 1000-1500 ਕਿਲੋਮੀਟਰ ਦੂਰ ਜਾ ਕੇ ਕਿਸਾਨਾਂ ਤੋਂ, ਉੱਥੇ ਜਾ ਕੇ ਉਹ ਦਿਖਾ ਰਿਹਾ ਬਹੁਤ ਵਧੀਆ ਜੀ, ਘਟੀਆ ਜੀ, ਮਾੜਾ ਜੀ। ਤੇ ਇੰਨੀ ਗੱਲਾਂ ਸਟੇਜ ਤੇ ਚਲੇ ਜਾ, ਇਹਨਾਂ ਨੂੰ ਪੁੱਛ ਲੈ ਵੀ ਕਿਹੜਾ ਘਟੀਆ, ਜੋ ਇਹ ਕਹਿਣਗੇ ਵਧੀਆ ਉਵੇਂ ਕਰਕੇ। ਇਹਦੇ ਵਿੱਚ ਮੈਂ ਪੁੱਛੂੰਗਾ ਕਿ ਕਾਂਗਰਸ ਨੇ ਸ਼ੰਭੂ ਬਾਰਡਰ ਦੇ ਉੱਤੇ ਧਰਨਾ ਦਿੱਤਾ, ਇੱਕ ਸਿੰਬੋਲਿਕ ਤੌਰ ਦੇ ਉੱਤੇ ਉੱਥੇ ਧਰਨਾ ਲਗਾਇਆ ਗਿਆ। ਕੀ ਹੁਣ ਅੱਗੇ ਦੀ ਭੂਮਿਕਾ ਜਿਹੜੀ ਹੈਗੀ ਕਾਂਗਰਸ ਦੀ ਰਹਿਣ ਵਾਲੀ, ਕਿਉਂਕਿ ਕਿਸਾਨ ਆਗੂ ਇਹ ਵੀ ਕਹਿ ਰਹੇ, ਕਹਿੰਦੇ ਅਸਤੀਫਾ ਦੇ ਦੇਣ ਕੈਪਟਨ ਅਮਰਿੰਦਰ ਸਿੰਘ ਖੱਟਰ ਹੋਣੀ, ਅਸਤੀਫਾ ਦੇ ਦੇਣ, ਇੱਕ ਪ੍ਰੈਸ਼ਰ ਬਿਲਟ ਹੋ ਜਾਊਗਾ ਤੇ ਜਿਹੜਾ ਹੈਗਾ ਇਹ ਅੰਦੋਲਨ ਦੇ ਵਿੱਚ ਹੋਰ ਜਿਹੜੀ ਹੈਗੀ ਤਾਕਤ ਮਿਲੇਗੀ। ਇਹ ਤਾਂ ਜੇ ਜਿੱਦਣ ਅਸਤੀਫਾ ਦੇ ਦੂ ਕੈਪਟਨ ਅਮਰਿੰਦਰ ਸਿੰਘ, ਤਾਂ ਗਵਰਨਰੀ ਰੂਲ ਕਰਕੇ ਪੰਜਾਬ ਦੇ ਵਿੱਚ ਤਾਲੇ ਲਾ ਦੇਣਗੇ ਆਪਾਂ ਨੂੰ, ਉਹ ਤਾਂ ਗਵਰਨਰੀ ਰੂਲ ਹੋ ਜਾਊਗਾ। ਤਾਕਤ ਹੀ ਇਹਨਾਂ ਦੇ ਕੈਪਟਨ ਅਮਰਿੰਦਰ ਸਿੰਘ ਕਰਕੇ ਹੀ ਆਪਾਂ ਜਿਹੜੇ 3-3 4-4 ਮਹੀਨੇ ਦੇ ਧਰਨੇ ਉੱਥੇ ਵੀ ਬੰਦ ਕਰ ਲਓ, ਟ੍ਰੇਨਾਂ ਬੰਦ ਕਰ ਲਓ, ਪੰਪ ਬੰਦ ਕਰ ਲਓ, ਮਾਲ ਬੰਦ ਕਰ ਲਓ, ਟੋਲ ਪਲਾਜ਼ੇ, ਉਹ ਤਾਂ ਕੈਪਟਨ ਨੇ ਹੀ ਮੂਵਮੈਂਟ ਨੂੰ ਅੱਗੇ ਵਧਾਇਆ ਨਾ। ਜੇ ਉੱਥੇ ਹੀ ਗਵਰਨਰੀ ਰਾਜ ਹੋ ਗਿਆ, ਜਿਵੇਂ ਹਰਿਆਣੇ 'ਚ ਖੱਟਰ ਨਹੀਂ ਨਿਕਲ ਦਿੰਦੇ, ਇਹ ਪੰਜਾਬ 'ਚ ਡੰਡੇ ਮਾਰ-ਮਾਰ ਆਪਾਂ ਨੂੰ ਗੋਲੀਆਂ ਮਾਰ-ਮਾਰ ਕੱਢਣ ਨਹੀਂ ਦੇਣਗੇ। ਇਸ ਕਰਕੇ ਅਸਤੀਫਾ ਦੇਣਾ, ਉਹ ਇੱਕ ਅਸਤੀਫਾ ਹਰਸਿਮਰਤ ਨੇ ਤਾਂ ਦਿੱਤਾ ਕਿਉਂਕਿ ਉਹ ਪੰਜਾਬ ਦੀ ਹੋ ਕੇ ਇਹਨਾਂ ਦੇ ਵਿੱਚ ਸੀਗੀ, ਆਪਾਂ ਤਾਂ ਪਹਿਲਾਂ ਹੀ ਬਾਹਰ ਆ। ਜੇ ਆਪਾਂ ਅਸਤੀਫੇ ਦੇ ਦਾਂਗੇ, ਇਹ ਤਾਂ ਪਹਿਲਾਂ ਭਾਲਦੇ ਆ ਦੋ, ਤੇ ਤੁਹਾਡੇ ਤੋਂ ਅਸੀਂ ਆਪਣੇ ਬੰਦੇ ਬਿਠਾਈਏ।
ਸਮਝੇ ਨਾ ਗੱਲ, ਇਹ ਤਾਂ ਧੱਕੇ ਨਾਲ ਮਸ਼ੀਨਾਂ ਇਹਨਾਂ ਦੇ ਕੋਲ ਨੇ। MP ਵੀ 8 ਜਦੀ ਬਣਾ ਲੈਣਗੇ ਆਪਦੇ, ਜਿਹੇ ਜੇ ਬਣਾਏ ਆ ਪਹਿਲਾਂ। ਕੀ ਨਾ ਉਹ ਗੁਰਦਾਸਪੁਰ ਵਾਲਾ ਹੀਰੋ, ਅੱਜ ਤਾਂ ਸਿਕਿਉਰਿਟੀ ਦੇਤੀ, ਵਾਈ ਪਲੱਸ ਸਿਕਿਉਰਿਟੀ ਦੇ ਦਿੱਤੀ ਅੱਜ ਉਹਨਾਂ ਨੂੰ। ਉਹ ਫਿਰ ਦੇਖੋ ਨਾ, ਪੰਜਾਬੀ ਨੂੰ ਪੰਜਾਬੀ ਤੋਂ ਹੀ ਅੱਜ ਖਤਰਾ ਹੋ ਗਿਆ। ਜਿਹੜਾ ਕਹਿੰਦਾ ਸੀ ਵੀ ਧਰਮਿੰਦਰ ਤੇ ਸਭ ਤੋਂ ਵੱਧ ਪੰਜਾਬੀ ਜਿਹਨੂੰ ਪਿਆਰ ਕਰਦੇ ਸੀ, ਜਿਹੜਾ ਸਭ ਤੋਂ ਵੱਧ ਇੱਕ ਟਿਊਬਲ ਆਪਰੇਟਰ ਤੋਂ, ਕਿਸਾਨ ਦੀ ਟਿਊਬਲ ਦੇ ਮੋਟਰ ਤੋਂ ਲੈ ਕੇ ਦੁਨੀਆ ਦਾ ਇੰਡਸਟਰੀ ਦਾ ਹੀਰੋ ਧਰਮਿੰਦਰ ਬਣਿਆ। ਹਾਲਾਤ ਦੇਖੋ ਕਿਵੇਂ ਆ। ਅੱਜ ਉਹਦੇ ਪੁੱਤ ਨੇ, ਅੱਜ ਉਹਨੂੰ, ਜਿੱਥੇ ਧਰਮਿੰਦਰ ਨੂੰ ਲੋਕ ਹੱਥਾਂ ਤੇ ਚੱਕਦੇ ਸੀ, ਅੱਜ ਉਹਨੂੰ ਉਸੇ ਜਿਹੜੇ ਹੱਥਾਂ ਤੇ ਚੱਕਦੇ ਸੀ ਉਹਨਾਂ ਤੋਂ ਬਚਣ ਲਈ ਉਹ ਵੀ ਸੈਂਟਰ ਦੀ CSF ਦੀ ਜਿਹੜੀ ਸਿਕਿਉਰਿਟੀ ਲੈਣੀ ਪੈ ਗਈ। ਦੇਖੋ ਕਿਵੇਂ, ਮਤਲਬ ਕਈ ਵਾਰ ਪੁੱਤ ਕਪੁੱਤ ਹੋ ਜਾਂਦੇ ਆ, ਆਪਣੀ ਮਿੱਟੀ ਨੂੰ, ਮਾਂ ਨੂੰ ਭੁੱਲ ਗਏ। ਗੱਲ ਤਾਂ ਇੰਨੀ ਹੋਈ ਆ। ਜਿਹੜਾ ਤੁਸੀਂ ਕੀ ਕਹਿ ਰਹੇ ਸੀ ਕਿ ਵਾਈ ਪਲੱਸ ਸਿਕਿਉਰਿਟੀ ਦਿੱਤੀ ਹੈਗੀ ਹੈ ਸਨੀ ਦਿਓਲ ਨੂੰ? ਗੱਲ ਇਹ ਆ ਕਿ ਇੱਕ ਨਾਰਾ ਹੈ, ਨਕਲੀ ਕਿਸਾਨ ਤੇ ਨਕਲੀ ਜਵਾਨ। ਜਿਹੜਾ ਨਕਲੀ ਜਵਾਨ ਆ, ਅਸਲੀ ਜਵਾਨ ਤਾਂ ਜਿਹੜਾ ਉਹ ਸਾਡਾ ਬਾਰਡਰਾਂ ਤੇ ਬੈਠਾ। ਨਕਲੀ ਜਿਹੜਾ ਜਵਾਨ ਆ ਉਹ ਨਰਿੰਦਰ ਮੋਦੀ, ਜਿਹੜਾ ਕਿ ਇੱਕ ਵਰਦੀ ਪਾ ਕੇ ਤੇ ਮਾਸਕ ਲਾ ਕੇ ਨਕਲੀ। ਉਸ ਤੋਂ ਬਾਅਦ ਇਹ ਨਕਲੀ ਕਿਸਾਨ ਦਾ ਮੁੰਡਾ, ਜਿੰਦੀ ਮਾਂ ਹੈਲੀਕਾਪਟਰ ਤੇ ਜਾਂਦੀ ਆ, ਫੋਟੋ ਖਿਚਾਉਂਦੀ ਆ ਤੇ ਘੱਟੋ ਘੱਟ 2-2.5 ਕਿਲੋ ਜਿਹੜਾ ਸਿਉਣਾ ਪਾਇਆ ਹੁੰਦਾ। ਤੇ ਇਸ ਕਰਕੇ ਇਹ ਹੈ ਕਿ ਹੁਣ ਇਹਨਾਂ ਨੂੰ ਡਰ ਆ ਕਿ ਸਾਨੂੰ ਪੈਣੀਆਂ ਨੇ ਜੁੱਤੀਆਂ ਤੋਂ ਡਰਦੇ ਇਹਨਾਂ ਨੂੰ ਸਿਕਿਉਰਿਟੀ ਮਿਲੀ ਆ। ਮੈਂ ਤਾਂ ਬਿਲਕੁਲ ਕਲੀਅਰ ਕੱਟ ਕਹਾਂਗਾ ਕਿ ਗੁਰਦਾਸਪੁਰ ਦੇ ਲੋਕਾਂ ਦੇ ਨਾਲ ਧੋਖਾ ਕੀਤਾ ਇਹਨਾਂ ਨੇ, ਧਰੋ ਕਮਾਇਆ। ਔਰ ਗੁਰਦਾਸਪੁਰੀਏ ਐਡੇ ਤੇਜ਼ ਹੁੰਦੇ ਆ, ਉਹ ਇਹਨਾਂ ਨੂੰ ਬਖਸ਼ਣਗੇ ਨਹੀਂ। ਉਹ ਜਿੱਥੋਂ ਮਰਜ਼ੀ ਲੱਭ ਕੇ ਜ਼ਰੂਰ ਇੱਕ ਵਾਰ ਵਾਪਸ ਉੱਥੇ ਲੈ ਕੇ ਜਾਣਗੇ ਕਿ ਲੋਕਾਂ ਤੋਂ ਮਾਫੀ ਮੰਗ। ਔਰ ਮਾਫੀ ਮੰਗਣੀ ਚਾਹੀਦੀ ਸਨੀ ਦਿਓਲ ਨੂੰ ਕਿ ਜਿਹੜਾ ਕਿਸਾਨਾਂ ਦੇ ਨਾਲ ਐਡਾ ਵੱਡਾ ਧੋਖਾ ਕੀਤਾ। ਜੀ ਫਿਰ 20 ਤਰੀਕ ਤੱਕ ਜਿਹੜਾ ਹੈਗੀ ਹੈ ਭੁੱਖ ਹੜਤਾਲ ਚੱਲਣੀ ਹੈਗੀ ਹੈ? ਬਿਲਕੁਲ ਜੀ, ਮੈਂ 20 ਤਰੀਕ ਤੱਕ, ਮੈਂ ਉਹੀ ਤਾਂ ਗੱਲ ਅੱਗੇ ਡਿਟੇਲ ਦੱਸਣਾ ਚਾਹੁੰਦਾ ਕਿ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਜਿਹੜੀ ਆ ਉਹ ਰੋਜ਼ ਦੀ ਜਿਹੜੀ ਭੁੱਖ ਹੜਤਾਲ ਆ। ਉਦੋਂ ਬਾਅਦ ਦੇ ਵਿੱਚ ਜੇ ਨਹੀਂ ਕੋਈ ਇਹ ਫੈਸਲਾ ਲੈਂਦੇਗੇ ਤੇ ਫਿਰ ਇਹ ਹੋਰ ਜਿਹੜਾ ਹੈ ਕਿ ਮੈਂ ਕੰਟੀਨਿਊ ਕਰਾਂਗਾ ਜਿਹੜੀ ਵੀ ਹੈ। ਪਰ ਇਹ ਹੈ ਕਿ ਜੇ ਉਦੋਂ ਤੱਕ ਕੋਈ ਫੈਸਲਾ ਹੋ ਜਾਂਦਾ, ਕੋਈ ਗੱਲਬਾਤ ਹੋ ਜਾਂਦੀ ਹੈ। ਬਾਕੀ ਅਸੀਂ ਉੱਠਾਂਗੇ ਉਦੋਂ ਜਦੋਂ ਕਿਸਾਨ ਜਥੇਬੰਦੀਆਂ ਕਹਿਣਗੀਆਂ ਕਿ ਗੱਲ ਨਿਬੜ ਗਈ ਹੈ, ਬਿੱਲ ਰੱਦ ਹੋ ਗਏ ਨੇ, ਜਾਂ ਜੋ ਵੀ ਫੈਸਲਾ ਜਿਹੜਾ ਕਿਸਾਨ ਜਥੇਬੰਦੀਆਂ ਲੈਣਗੀਆਂ। ਉਦੋਂ ਬਾਅਦ 'ਚ ਅਸੀਂ 4 ਜਿਹੜੇ ਆ ਇੱਥੇ ਜਾ ਬੈਠੇ ਹਾਂ, ਜਿਨ੍ਹਾਂ ਦੇ ਵਿੱਚ ਰਵਨੀਤ ਸਿੰਘ ਬਿੱਟੂ ਜੀ, ਜਸਬੀਰ ਸਿੰਘ ਡਿੰਪਾ ਜੀ, ਗੁਰਜੀਤ ਔਜਲਾ ਜੀ, ਅਸੀਂ 4 ਜਣੇ ਉਦੋਂ ਉੱਠਾਂਗੇ। ਉਦੋਂ ਆਪਦੇ ਘਰਾਂ ਨੂੰ, ਉਦੋਂ ਆਪਦੇ ਬੱਚਿਆਂ 'ਚ, ਉਦੋਂ ਆਪਦੇ ਪਰਿਵਾਰਾਂ 'ਚ ਜਾਵਾਂਗੇ। ਜਿੱਦਣ ਸਾਡੇ ਕਿਸਾਨ, ਉਹ ਮਾਂ ਪਿਓ ਜਿਹੜੇ ਆ ਉਹ ਆਪਦੇ ਪਰਿਵਾਰਾਂ 'ਚ ਜਾਣਗੇ, ਉਦੋਂ ਹੀ ਇੱਥੋਂ ਜਿਹੜਾ ਕਿ ਇਹ ਦਰੀ ਚੱਕੀ ਜਾਊਗੀ। ਆਖਰੀ ਗੱਲ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ, ਅਸੀਂ ਬਿਲਕੁਲ ਕਿਸੇ ਪਾਰਟੀ ਦੇ ਤੌਰ ਤੇ ਨਹੀਂ ਬੈਠੇ। ਜਿਹੜੀ ਇਹ ਗੱਲ ਕਿਤੇ ਕਾਂਗਰਸ ਦੇ, BJP, ਅਕਾਲੀ, ਕਾਂਗਰਸ ਨਾ, ਅਸੀਂ ਇੱਕ ਕਿਸਾਨ ਦੇ ਤੌਰ ਤੇ, ਕਿਸਾਨ ਦੇ ਪਰਿਵਾਰਾਂ 'ਚੋਂ ਅਸੀਂ ਅੱਜ MLA MP ਆ, ਲੋਕਾਂ ਨੇ ਬਣਾਤੇ। ਕੱਲ ਨੂੰ ਨਹੀਂ ਗੇ, ਸਾਡੇ ਬੱਚਿਆਂ ਨੂੰ ਕੌਣ ਸਾਡੀ ਜ਼ਮੀਨਾਂ 'ਚ ਚਲੇਂਗੇ, ਉਹ ਕਿੱਥੋਂ ਆਪਣਾ ਜੀਵਨ ਬਸਰ ਕਰਨਗੇ? ਇਸ ਕਰਕੇ ਸਾਡਾ ਵੀ ਤਾਂ ਉਨਾ ਹੀ ਜ਼ਮੀਨਾਂ ਦਾ ਸਾਨੂੰ, ਅਸੀਂ ਕੋਈ ਲੈਂਡਲੋਰਡ ਨਹੀਂ ਗਏ, ਅਸੀਂ ਕੋਈ ਬਹੁਤ ਵੱਡੇ ਖਾਨਦਾਨੀ ਜਿਹੜੇ ਲੈਂਡਲੋਰਡ ਜ਼ਮੀਨਾਂ ਵਾਲੇ ਨਹੀਂ ਗਏ। ਸਾਡੇ ਕੋਲ ਵੀ 10-10, 20-20 ਕਿੱਲੇ ਹੀ ਆ। ਤੇ ਇਸ ਕਰਕੇ ਅਸੀਂ ਤਾਂ, ਸਾਡਾ ਜੋਣ ਮਰਨ ਉਸ ਜ਼ਮੀਨ ਤੇ ਆ। ਤੇ ਇਸ ਕਰਕੇ ਮੈਂ ਦੁਬਾਰਾ ਕਲੀਅਰ ਕਰਦਾ ਵੀ ਅਸੀਂ ਇੱਕ ਕਿਸਾਨ ਹੋਣ ਦੇ ਨਾਤੇ ਬੈਠੇ ਆ। ਉਦੋਂ ਬਾਅਦ ਕੋਈ ਸਾਡਾ ਨਾ ਕੋਈ ਸਿਆਸਤ, ਨਾ ਸਾਡਾ ਕੋਈ ਹੋਰ। ਅਸੀਂ ਤਾਂ ਸਿਰਫ ਉਹਨਾਂ ਨੂੰ ਦੇਖਣਾ, ਜਿੰਨਾ ਚਿਰ ਉਹ ਬੈਠੇ ਆ ਅਸੀਂ ਬੈਠੇ ਆ। ਜਦੋਂ ਉਹ ਉੱਠ ਜਾਣਗੇ, ਅਸੀਂ ਉਦੋਂ ਇੱਕ ਦਿਨ ਬਾਅਦ ਉਦੋਂ ਅਸੀਂ ਉੱਠ ਜਾਾਂਗੇ, ਉਹਨਾਂ ਦੀ ਰਜ਼ਾ 'ਚ, ਉਹਨਾਂ ਦੀ ਖੁਸ਼ੀ 'ਚ। ਬਹੁਤ ਧੰਨਵਾਦ ਗੱਲਬਾਤ ਕਰਨ ਦੀ। ਤਾਂ ਕਹਿ ਰਹੇ ਨੇ ਕਿ ਅਸੀਂ ਉਦੋਂ ਤੱਕ ਇੱਥੇ ਧਰਨੇ ਤੇ ਬੈਠਾਂਗੇ ਜਦੋਂ ਤੱਕ ਕਿਸਾਨ ਡਟੇ ਹੋਏ ਨੇ। ਜਿਸ ਦਿਨ ਕਿਸਾਨ ਉੱਠ ਜਾਣਗੇ, ਅਸੀਂ ਵੀ ਉਸ ਤੋਂ ਅਗਲੇ ਦਿਨ ਉੱਠ ਜਾਵਾਂਗੇ। ਤੇ ਨਾਲ ਹੀ ਗੱਲ ਕਹੀ ਗਈ ਹੈ ਕਿ ਜਿਸ ਤਰੀਕੇ ਨਾਲ ਭੁੱਖ ਹੜਤਾਲ ਇਹ ਰੱਖੀ ਗਈ ਹੈ, ਸਵੇਰੇ 7 ਵਜੇ ਆ ਕੇ ਬਹਿ ਜਾਂਦੇ ਨੇ ਤੇ ਸ਼ਾਮ ਦੇ 7 ਵਜੇ ਤੱਕ ਭੁੱਖ ਹੜਤਾਲ ਹੁੰਦੀ ਹੈ। ਜੇ ਆਉਣ ਵਾਲੇ ਦਿਨਾਂ ਦੇ ਵਿੱਚ ਕੇਂਦਰ ਦੀ ਸਰਕਾਰ ਦੇ ਉੱਤੇ ਕੋਈ ਦਬਾਅ ਨਹੀਂ ਬਣਦਾ ਤਾਂ ਹੋਰ ਵੀ ਸਖਤ ਜਿਹੜੀ ਹੈਗੀ ਹੈ ਇਹ ਭੁੱਖ ਹੜਤਾਲ ਹੋ ਸਕਦੀ ਹੈ। ਕੈਮਰਾਮੈਨ ਬਲਜਿੰਦਰ ਦੇ ਨਾਲ ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ, ਪੂਰਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।